ਅੱਜ ਸਾਡਾ EMI ਦਾ ਲੈਕਚਰ ਨੰਬਰ 3 ਹੈ ਤੇ ਅੱਜ ਦਾ ਜਿਹੜਾ ਟੌਪਿਕ ਹੈ એનર્ਜੀ ਸਟੋਰਡ ਇਨ ਐਨ ਇੰਡਕਟਰ। ਹੁਣ ਐਜ਼ ਐਨ ਇੰਡਕਟਰ we want to increase the current. Inductor has a tendency to oppose the change by introducing an EMF in the inductor. Therefore, we have to do some work to overcome this back EMF. Work done by the external battery is stored in the form of energy in the inductor in the magnetic energy. It gets stored in the form in the magnetic field lines inside the inductor. ਅਸੀਂ ਪੜਿਆ E is equal to minus of LDI by dt, ਨੈਗੇਟਿਵ ਸਾਈਨ ਦਾ ਅਸੀਂ ਮੋਡ ਦੀ ਫਾਰਮ ਚ ਲਿਖ ਲਈਏ, ਇਹ ਬਣ ਗਿਆ ELDI by dt। ਤੁਹਾਨੂੰ ਪਤਾ ਜਿਹੜੀ ਪਾਵਰ ਹੁੰਦੀ ਹੈ that is product of voltage and current, ਇਹ ਬਣ ਗਿਆ LDI by dt into I। ਜਿਹੜੀ ਪਾਵਰ ਹੁੰਦੀ ਹੈ ਇਹ ਰੇਟ ਆਫ ਡੂਇੰਗ ਵਰਕ ਹੁੰਦੀ ਹੈ, dt dt ਕੈਂਸਲ, dW is equal to LIDI। ਇਹਨੂੰ ਇੰਟੈਗਰੇਟ ਕਰਤਾ from 0 to I ਤੇ ਬਣ ਗਿਆ W is equal to 1 by 2 Li the square. This work done is stored is the energy of the inductor and this energy is stored in the magnetic field lines inside the inductor, that is half Li the square. ਕੱਲ ਮੈंने ਇੱਕ ਛੋਟੀ ਜੀ ਗੱਲ ਹੋਰ ਵੀ ਦੱਸੀ ਸੀ ਵੀ ਜਦੋਂ ਇੱਕ ਇੰਡਕਟਰ ਆ ਹੈ ਤੁਹਾਡੇ ਕੋਲੇ, ਇੱਕ ਇੰਡਕਟਰ ਆ ਹੈ, ਇਹਦੀ ਇੰਡਕਟੈਂਸ L1 ਹੈ, ਇਹਦੀ ਇੰਡਕਟੈਂਸ L1 ਹੈ, ਦੇ ਆਪਸ ਵਿੱਚ ਸੀਰੀਜ਼ ਲੱਗੇ ਹੋਏ ਹੈ ਤਾਂ ਨੈਟ ਜਿਹੜੀ ਹੈਗੀ ਹੈ L ਨੈਟ ਜਿਹੜਾ ਹੋਊਗਾ ਉਹ L1 plus L2 ਹੋਏਗਾ। ਅਗਰ ਜੇ ਇੰਡਕਟਰ ਆਪਸ ਵਿੱਚ ਪੈਰਲਲ ਚ ਲੱਗੇ ਹੋਏ ਨੇ, ਇੱਕ ਇੰਡਕਟਰ ਆ ਹੈ ਔਰ ਦੂਸਰਾ ਇੰਡਕਟਰ ਆ ਹੈ, ਦੋਨੇ ਆਪਸ ਵਿੱਚ ਪੈਰਲਲ ਚ ਲੱਗੇ ਹੋਏ ਨੇ, ਇਹ ਇੰਡਕਟੈਂਸ L1 ਹੈ ਤੇ L2 ਹੈ, ਇਹ ਬਣ ਗਿਆ ਸੀ 1 by L is equal to 1 by L1 plus 1 by L2। ਅਗਰ ਹੁਣ ਇਸ ਕੇਸ ਨੂੰ ਮੈਂ ਇੱਕ ਹੋਰ ਤਰੀਕੇ ਨਾਲ ਵੀ ਲਿਖ ਸਕਦਾ, ਇੱਕ ਇੰਡਕਟਰ ਆ ਹੈ, ਇੱਕ ਇੰਡਕਟਰ ਆ ਹੈ, ਇਹਦੀ ਇੰਡਕਟੈਂਸ L1 ਹੈ ਪਰ ਇਹ ਦੋਨੇ ਇੱਕ ਦੂਜੇ ਨਾਲ ਲੱਗੇ ਹੋਏ ਨੇ ਤਾਂ ਨੈਟ ਇੰਡਕਟੈਂਸ L net ਬਣ ਜਾਏਗਾ। ਮੈਂ ਕੱਲ ਗੱਲ ਕਹੀ ਸੀ ਜਾਂਦੇ ਜਾਂਦੇ L1 plus L2 plus 2M। ਇੱਕ ਇੰਡਕਟਰ ਆ ਹੈ ਸਾਡੇ ਕੋਲੇ, ਇੱਕ ਇੰਡਕਟਰ ਸਾਡੇ ਕੋਲੇ ਆ ਹੈ, ਕਰੰਟ ਇੱਥੋਂ ਐਂਟਰ ਹੋ ਰਿਹਾ, ਇਹ ਇੰਡਕਟਰ L1 ਹੈ, ਇਹ ਇੰਡਕਟਰ L2 ਹੈ, ਇਸ ਕਰੰਟ ਰਿਵਰਸ ਡਾਇਰੈਕਸ਼ਨ ਚ ਆਊਗਾ, ਇੱਧਰ ਨੂੰ ਆਊਗਾ ਤਾਂ ਇਹਦੇ ਚ L net ਬਣ ਜਾਊਗਾ is equal to L1 plus L2 minus 2M। ਇਹ ਸਾਡਾ એનર્ਜੀ ਸਟੋਰਡ ਇਨ ਐਨ ਇੰਡਕਟਰ। ਸ਼ੁਰੂ ਕਰਦੇ ਹਾਂ LC oscillations। LC oscillations ਕੀ ਚੀਜ਼ ਹੈ ਵੀ ਸਾਡੇ ਕੋਲੇ ਸ਼ੁਰੂ ਦੇ ਵਿੱਚ ਕੀ ਹੈ, ਇੱਕ ਚਾਰਜ ਕਪੈਸਿਟਰ ਹੈ, ਕਪੈਸਿਟਰ ਪੂਰੀ ਤਰ੍ਹਾਂ ਚਾਰਜ ਹੈ, ਕਪੈਸਿਟਰ ਚਾਰਜ ਹੈ, ਇਹਦਾ ਮਤਲਬ ਸਰਕਟ ਦੇ ਵਿੱਚ ਕੋਈ ਕਰੰਟ ਨਹੀਂ ਹੈ, ਸਰਕਟ ਓਪਨ ਸਰਕਟ ਹੈ, ਸਰਕਟ 'ਚ ਕੋਈ ਕਰੰਟ ਨਹੀਂ, ਇਹਦਾ ਮਤਲਬ ਸਾਡੀ ਸਾਰੀ ਦੀ ਸਾਰੀ એનર્ਜੀ ਕਿਹਦੇ ਕੋਲੇ ਹੈ, ਇੰਡਕਟਰ ਕੋਲੇ। ਫਿਰ ਕੀ ਹੋਇਆ, ਤੁਸੀਂ ਸਵਿਚ ਕਲੋਜ਼ ਕਰਤਾ, ਸਵਿਚ ਕਲੋਜ਼ ਕਰਦੇ ਕੀ ਹੋਏਗਾ, ਜਿਹੜਾ ਇੱਕਦਮ ਜਿਹੜਾ ਚਾਰਜ ਹੈ ਉਹ ਘਟਣ ਦੀ ਕੋਸ਼ਿਸ਼ ਕਰੇਗਾ। ਇੰਡਕਟਰ ਕਹਿੰਦਾ ਵੀ ਇੱਕਦਮ ਨਹੀਂ ਘਟਣ ਦਿੰਦਾ, ਸਰਕਟ 'ਚ ਕਰੰਟ ਆਊਗਾ, ਪਰ ਇੰਡਕਟਰ ਕੀ ਹੈ, ਅਪੋਜ਼ ਕਰਦਾ, ਇੱਕਦਮ ਨਾ ਚੀਜ਼ ਨੂੰ ਬਦਲ ਦਿੰਦਾ ਨਾ। ਇਹਦਾ ਮਤਲਬ ਸਾਡੀ ਕੁਝ એનર્ਜੀ ਕਪੈਸਿਟਰ ਕੋਲ ਚਲੀ ਜਾਏਗੀ, ਕੁਝ એનર્ਜੀ ਇੰਡਕਟਰ ਕੋਲ ਆ ਜਾਏਗੀ। ਮੀਨਸ ਇਲੈਕਟ੍ਰੀਕਲ એનર્ਜੀ ਜਿਹੜੀ ਆਪਾਂ ਆ ਲਿਖੀ ਹੈ ਘਟਣ ਲੱਗ ਜਾਏਗੀ ਔਰ ਮੈਗਨੈਟਿਕ એનર્ਜੀ ਹੈ ਜਿਹੜੀ ਉਹ ਬਦਲਣ ਲੱਗ ਜਾਏਗੀ। ਹੌਲੀ ਹੌਲੀ ਕੀ ਹੋਏਗਾ, ਪੂਰੀ ਦਾ ਪੂਰਾ ਜਿਹੜਾ ਕਪੈਸਿਟਰ ਆ ਉਹ ਡਿਸਚਾਰਜ ਹੋ ਜਾਏਗਾ, ਸਾਡੀ ਪੂਰੀ ਦੀ ਪੂਰੀ એનર્ਜੀ ਇਹਦੇ ਕੋਲੇ ਆ ਜਾਏਗੀ, ਇਹਦੇ ਉੱਤੇ ਪਲੱਸ ਕਿਊ ਸੀ, ਇਹਦੇ ਉੱਤੇ ਮਾਈਨਸ ਕਿਊ ਸੀਗਾ, ਠੀਕ ਹੈ। ਹੁਣ ਇਹਦੇ ਤੇ ਕੋਲੇ ਪੂਰੀ ਸਾਰਾ ਕਰੰਟ ਇੱਥੇ ਪਹੁੰਚ ਗਿਆ, ਕਰੰਟ ਇਹਦੇ ਕੋਲੇ ਹੋ ਗਿਆ। ਹੁਣ ਸਰਕਟ ਦੇ ਵਿੱਚ ਕੀ ਹੋਇਆ, ਇਲੈਕਟ੍ਰੀਕਲ એનર્ਜੀ ਹੈ ਨਹੀਂ, એનર્ਜੀ ਇਜ਼ ਕੰਜ਼ਰਵਡ ਇਨਟੂ ਮੈਗਨੈਟਿਕ ਫੀਲਡ એનર્ਜੀ, ਦੇਅਰਫੋਰ ਕਰੰਟ ਮੈਕਸਿਮਾਈਜ਼ ਹੋਣ ਦੀ ਗੱਲ। ਇੰਡਕਟਰ ਕੀ ਕਰਦਾ ਹੈ, ਇੱਕਦਮ ਨਾ ਕਰੰਟ ਨੂੰ ਬਦਲ ਦਿੰਦਾ ਹੈ ਤੇ ਨਾ ਇੱਕਦਮ ਕਿਸੇ ਚੀਜ਼ ਨੂੰ ਘਟਣ ਦਿੰਦਾ ਹੈ। ਕੁਝ ਦੇਰ ਬਾਅਦ ਕੀ ਹੋਏਗਾ, ਇੰਡਕਟਰ ਅਪੋਜ਼ਿਸ ਕਰੰਟ ਡਿਕੇ ਕਰੂਗਾ, ਕਰੰਟ ਡਿਕੇ ਕਰੂਗਾ, ਪੋਜ਼ਿਟਿਵ ਚਾਰਜ ਐਕੂਮੂਲੇਟਸ ਇਨ ਦਾ ਪਲੇਸ ਔਨ ਦਾ ਅਦਰ ਪਲੇਟ। ਜਿਹੜੀ ਹੈਗੀ ਹੈ ਪੋਜ਼ਿਟਿਵ ਚਾਰਜ ਆ ਉਹ ਨੈਗੇਟਿਵ ਹੋਣ ਲੱਗ ਜੂਗੀ, ਨੈਗੇਟਿਵ ਵਾਲੀ ਜਿਹੜੀ ਪਲੇਟ ਆ ਉਹ ਪੋਜ਼ਿਟਿਵ ਹੋਣ ਲੱਗ ਜੂਗੀ, ਠੀਕ ਹੈ। ਤੇ ਕੁਝ એનર્ਜੀ ਸਾਡੇ ਕੋਲੇ ਕਪੈਸਿਟਰ ਕੋਲੇ ਆ ਜੂਗੀ, ਕੁਝ ਸਾਡੇ ਇੰਡਕਟਰ ਕੋਲੇ ਆ ਜੂਗੀ। ਹੌਲੀ ਹੌਲੀ ਕੀ ਹੋ ਜੂਗਾ, ਜਿਹੜਾ ਕਰੰਟ ਹੈ ਸਰਕਟ ਦੇ ਵਿੱਚ ਜ਼ੀਰੋ ਹੋ ਜਾਊਗਾ, ਪੋਲੈਰਿਟੀ ਦੇਖੋ ਇੱਥੇ ਆ ਕੇ ਰਿਵਰਸ ਹੋ ਜਾਏਗੀ, ਜਿਹੜਾ ਕਪੈਸਿਟਰ ਆ ਉਹ ਪੂਰੀ ਤਰ੍ਹਾਂ ਚਾਰਜ ਹੋ ਜਾਏਗਾ। ਹੁਣ ਤੁਸੀਂ ਇਸ 'ਚ ਦੇਖਿਆ ਵੀ ਚਾਰਜ ਦੀਆਂ ਆਸੀਲੇਸ਼ਨਾਂ ਹੋ ਰਹੀਆਂ ਨੇ, ਪਹਿਲਾਂ ਪਲੱਸ ਕਿਊ ਸੀ, ਫਿਰ ਜ਼ੀਰੋ ਸੀ, ਫਿਰ ਮਾਈਨਸ ਕਿਊ ਸੀ। ਦੇਖੋ ਚਾਰਜ ਦੀ ਆਸੀਲੇਸ਼ਨ ਹੋ ਰਹੀ ਹੈ, ਪਹਿਲਾਂ ਪਲੱਸ ਕਿਊ ਸੀ, ਫਿਰ ਜ਼ੀਰੋ ਸੀ, ਫਿਰ ਮਾਈਨਸ ਕਿਊ ਸੀ। ਤੁਸੀਂ ਦੇਖੋ ਪਹਿਲਾਂ ਸਾਰੀ ਦੀ ਸਾਰੀ એનર્ਜੀ ਕਪੈਸਿਟਰ ਕੋਲੇ ਸੀ, ਉਦੋਂ ਇਲੈਕਟ੍ਰੀਕਲ એનર્ਜੀ ਸੀ, फिर की बन गई मैग्नेटिक एनर्जी बन गई, फिर दोबारा की बन गई इलेक्ट्रिकल एनर्जी बन गई।
करंट दी ऑसिलेशन हो रही है। पहला करंट की सी 0 सी, फिर करंट की होया मैक्सिमम हो गया, फिर की होया 0 होया। चार्ज दी ऑसिलेशन हो गई, करंट दी ऑसिलेशन हो गई, एनर्जी दी ऑसिलेशन हो गई। इस बड़ी इंपॉर्टेंट गल ये है, टू मेनटेन द current in the circuit we require potential difference, but there is no potential difference to maintain the current, so current will become 0, but inductor opposes it। inductor का behavior की है, it supports the dying current। ठीक है, एकदम करंट ਨੂੰ ग्रो नहीं होने दिंदा, एकदम डिके नहीं होने दिंदा। it supports the dying current, opposes it, so by current takes time to decay। ਹੁਣ ਤੁਹਾਨੇ ਕੀ ਦੇਖਿਆ, એનર્ਜੀ ਜਿਹੜੀ ਹੁੰਦੀ ਹੈ ਉਹ Q²/2C ਹੁੰਦੀ ਹੈ, ਪਲੱਸ ਹਾਫ Li² ਹੁੰਦੀ ਹੈ। ਅਸੀਂ ਇਹਦਾ ਡੈਰੀਵੇਟਿਵ ਲੈ ਲਓ, du/dt is equal to 1/2C 2Q dQ/dt प्लस 1/2L। आ दो और आ दो आपस में कट जूगा। लो जी, ये की बन गया 1/2L 2I di/dt। आ 2 ते 2 आपस में कट जूगा। ਹੁਣ ਉਰੇ C है, ਉਰੇ ਇਹਨੂੰ ਤੁਸੀਂ L ਨਾਲ ਮਲਟੀਪਲਾਈ ਅਗਲੀ ਲਾਈਨ 'ਚ ਦੇਖ ਲੈਂਦੇ ਆ। ਇਹਨੂੰ ਤੁਸੀਂ ਕੀ ਕਰੋ, L ਨਾਲ ਮਲਟੀਪਲਾਈ ਕਰ ਲਓ ਤੇ L ਨਾਲ ਡਿਵਾਈਡ ਕਰ ਦਿਓ। ਇਹ ਕੀ ਬਣ ਗਿਆ, L ਨਾਲ ਮਲਟੀਪਲਾਈ L ਨਾਲ ਡਿਵਾਈਡ, ਇਹ ਕੀ ਬਣ ਗਿਆ dQ/dt। ਇਹ ਕਿੰਨਾ ਬਣ ਗਿਆ, ਕਰੰਟ dQ/dt ਕੀ ਬਣ ਗਿਆ, ਕਰੰਟ। ਇਹ ਕੀ ਬਣ ਗਿਆ LC 1/LC ਕੀ ਬਣ ਜੂਗਾ ω²। Q ਦਾ Q ओमी, L ते I, ये L ये I, L dQ/dt नाल एक Q आ गया। इत्थे देखो एक Li आ गया, नाल की आ गया di/dt आ गया। ये सारा चेंज ये du/dt किहदे बराबर है, 0 के बराबर है। इसका मतलब Li इज इक्वल टू कॉमन कट लिया Q/LC प्लस di/dt। I किहदे बराबर है, dQ/dt। इहदे पुट करता I नू dQ/dt बना करता। ये की बन गया ω² प्लस d²q/dt दा स्क्वायर, इट इज इक्वल टू 0। ω² प्लस d²q/dt दा स्क्वायर इक्वल टू 0। ये जिहड़ी साडी इक्वेशन सीगी ये सिंपल हार्मोनिक वर्गी नहीं लगदी। उत्थे पढ़िया सी d²y/dt दा स्क्वायर प्लस ω² y इक्वल टू 0। वही चीज चार च लिखी है। ये की होगी SHM दी इक्वेशन बन गई। ਹੁਣ ਤੁਹਾਨੂੰ ਪਤਾ ਹੈ ਇਹਦਾ ਜਿਹੜਾ ਜਨਰਲ ਸੋਲੂਸ਼ਨ ਹੈ ਉਹ ਹੁੰਦਾ Q = Q0 cos of ω/t। ਸ਼ੁਰੂ ਦੇ ਵਿੱਚ at t = 0 Q ਜਿਹੜਾ ਹੋਏਗਾ Q0 ਦੇ ਬਰਾਬਰ ਹੋਊਗਾ। Q ਜਿਹੜਾ ਹੋਏਗਾ Q0 ਦੇ ਬਰਾਬਰ ਹੋਊਗਾ। Q = Q0, Q = Q0। P 0 हो गया, Q0 के बराबर हो गया। इसका मतलब cos ω/t ਨੂੰ ਚੱਕ ਕੇ ਪੁੱਟ ਕਰੋਗੇ ਤਾਂ ਕੀ ਬਣ ਜੂਗਾ, =1 ਬਣ ਜੂਗਾ। यानी कि ω/t किहदे बराबर बन जूगा, cos ω/t किहदे बराबर बन गया, cos 0 के बराबर बन गया। यानी कि ω/t किहदे बराबर बन गया, 0 के बराबर बन गया। ये चीज बन ये जी साडा LC ऑसिलेशन। आप इस एक दो सवाल कढ़ते हैं ताकि सानू इसका कॉन्सैप्ट होर चंगी तरह पता लग जाए। पहला सवाल है, ए फुली चार्ज कैपेसिटर इज कनेक्टेड टू एन इंडक्टर। एक कैपेसिटर एक इंडक्टर नाल लग्या होया है। कहंदा किन्ने टाइम बाद जिहड़ी कैपेसिटर दी एनर्जी है हाफ CV² ते Q²/2C हाफ Li², यानी कि जिहड़ी हैगी है ओदी आपस च दोनों बराबर हो जाएंगी। तुसी देखो तुमने पढ़िया Q²/2C इज इक्वल टू 1/2 Q = Q0 ते। ये तो Q0 इत्थे अद्धी रह जाएगी, हाफ Li² रह जाती है Q²/2C। तो तुसी देखो ये Q0 दा स्क्वायर 2C कैंसल तो Q² बन गया इज इक्वल टू Q0 दा स्क्वायर/2। तो Q बन गया इज इक्वल टू Q0/√2।
तुसी इहनूं चक्को इस इक्वेशन च पुट कर दो कितना बन जूगा Q0/√2 इज इक्वल टू Q0 cos of omega t। Q0 कैंसल, cos omega t किहदे बराबर है cos of π/4, cos π/4 किहदे बराबर हुंदा 1/√2। ये ते कट गया, हुण t कढना है। ओमेगा जिहड़ा हुंदा है ये हुंदा 2π/T इनटू स्मॉल t इज इक्वल टू π/4। आ पाई ते पाई कटिया गया, ये बन गया T/8। स्मॉल t इज इक्वल टू कैपिटल T/8। T इज इक्वल टू T/8 दे उत्ते जिहड़ा कैपेसिटर दी एनर्जी है, इलैक्ट्रिकल एनर्जी है, वो इंडक्टर दी मैग्नेटिक एनर्जी के बराबर हो जाएगी। ये स्मॉल t इक्वल टू T/8 ते होएगा। ये साडा अज दा पहला सवाल है, इसदा ये सॉल्यूशन। दूसरा सवाल है, ये फुली चार्ज कैपेसिटर दिता होया है, कैपेसिटी वोल्टेज 12 वोल्ट है, हाफ CV²। फार्मूला इज कनेक्टेड टू इंडक्टर ऑफ 0.6 मिली हेनरी। शुरू दे विच इंडक्टर कोले कोई एनर्जी नहीं सी, बाद दे विच कैपेसिटर दे कोले एनर्जी आ गई। हाफ CV' दा स्क्वायर, दूजा पोटेंशियल 6 वोल्ट दिता है, प्लस हाफ LI दा स्क्वायर। आई कढना बस, सौखा जिहा काम सीगा। हाफ इनटू कैपेसिटेंस है 12 माइक्रोफैरड, वोल्टेज कितनी है कनेक्टेड टू 12 वोल्ट, 12 वोल्ट ना कनेक्टेड है, इज इक्वल टू 1/2 कैपेसिटेंस कितनी है 12 × 10⁻⁶ माइक्रोफैरड है। पोटेंशियल है 6 वोल्ट, हाफ L। इंडक्टेंस कितनी है 0.6 मिली हेनरी इंटू 10⁻³ आई दा स्क्वायर। 2 6 दा 12, ये आ गया 12 बारी 144 इंटू 6 इंटू 10⁻⁶। 2 6 दा 12, 6 6 दा 36, 6 दा 216 इंटू 10⁻⁶। 2 इंटू 0.6 कटिया 0.3 इंटू 10⁻³ आई दा स्क्वायर। इनू चक्किया इधर ले आओ या इन दूसरे पासे ले जाओ, सॉल्व कर लो, यू विल गेट द आंसर और अबाउट द करंट। देख लो, सॉल्व करके देख लो। 144 को 6 ना मल्टीप्लाई कर लो, 864। 864 चो 216 माइनस कर लो इंटू 10⁻⁶ कर लो, इज इक्वल टू 0.3 इंटू 10⁻³ कर लो आई दा स्क्वायर। इन्हों नीचे ले आके सॉल्व कर लो ते आई कर लो, इट विल बी इक्वल टू जिन्ना भी आंसर आऊगा सो मैनी एम्पीयर। ये साडा सैकंड क्वेश्चन सी। आओ चलिए आज दे थर्ड क्वेश्चन ते, इन्हों इत्थे जा थर्ड क्वेश्चन। ये फर्स्ट क्वेश्चन सी, इहदा उत्ते सॉल्व कीता। ये साडा सैकंड क्वेश्चन सी जिन्हों असीं आ सॉल्व करता। थर्ड, एक इंडक्टर दिता हुआ है और एक कैपेसिटर दिता हुआ है, कनेक्टेड अक्रॉस ए चार्ज बैटरी सी। कैपेसिटर दिता हुआ है, सिस्टम सेट इनटू ऑसिलेशन। Q denotes the charge on the capacitor, I is the current in the circuit, it is found that the maximum value of charge है जी वो 20 माइक्रोकूलम है। माइक्रोकूलम है तो di/dt कितना होगा व्हेन चार्ज इज 100 माइक्रोकूलम। लो जी, आपां अपने उसे फार्मूले ते चलिए जिथों चले सी। तो di/dt होगा इज इक्वल टू माइनस ऑफ Q अपॉन LC। LC लो जी, बस वैल्यू पुट कर दो। L पता है, C पता है, चार्ज पता है। लो जी, कितना चार्ज है 100 इंटू 10⁻⁶। L कितना है इंडक्टेंस, 2 इंटू 10⁻⁻³ कैपेसिटेंस। कैपेसिटेंस कितनी है 5 इंटू 10⁻⁻6। देखो 10⁻⁶ आ 10⁻⁶ सीधा ही कट गया। 5 टू द 10, 10 नु 10⁻³ ना कीती, 10⁻² ऊपर लेके जाओगे, सॉल्व कर लोगे, सो मैनी एम्पीयर पर सेकंड आंसर आ जाएगा।
आज अगले क्वेश्चन ते पार्ट दे कहता करंट कड्डो व्हेन द चार्ज इज 2 हुण चार्ज मैक्सिमम हो गया जदों चार्ज मैक्सिमम हो गया ਇਹਦਾ मतलब एनर्जी मैक्सिमम होगी एनर्जी मैक्सिमम होगी मैग्नेटिक एनर्जी जीरो होगी मैग्नेटिक एनर्जी जीरो होगी मींस करंट ही नहीं रहा सर्किट करंट इज इक्वल टू जीरो क्योंकि मैग्नेटिक एनर्जी की होती है हाफ एल आई स्क्वायर। अगला पार्ट देखो फाइंड द मैक्सिमम वैल्यू ऑफ करंट दी मैक्सिमम वैल्यू कड्डो कोई औखा नहीं तुसी की करो Q दा स्क्वायर बाय 2c नु हाफ एल आई स्क्वायर नाल कंपेयर कर लो आई की आई मैक्स एल पता है सी पता है चार्ज तो पता है 20 माइक्रो कूलम है वैल्यू पुट कर लो थोड़े कोले आई की वैल्यू निकले चौथा पार्ट देखो कहता फाइंड चार्ज कड्डो व्हेन करंट इज हाफ दी मैक्सिमम वैल्यू ऊपर वाली चीज दोबारा आ गई रिपीट हो गया आही चीज बस इतने करंट कढ़ना है व्हेन फाइंड चार्ज कड्डो व्हेन करंट इज हाफ ऑफ द मैक्सिमम वैल्यू यानी कि u इक्वल टू uv हाफ दी मैक्सिमम वैल्यू पीक वैल्यू दा हाफ रह जाए करंट उदो चार्ज कितना होगा वो कटना देखो क्यों स्क्वायर बाय 2c ਤੁਹਾਨੂੰ पता है हाफ li स्क्वायर ਤੁਹਾਨੂੰ पता है ਇਹਨੂੰ मैक्स ਨੂੰ i by 2 कर दो सॉल्व कर लो you will get the answer ਇੱਥੋਂ ਜਿਹੜਾ ਤੁਸੀਂ ਕਰੰਟ ਕੱਢੋਗੇ ਉਹਨੂੰ ਡਾਇਰੈਕਟਲੀ ਇਹਦੇ ਵਿੱਚ ਪੁੱਟ ਕਰਕੇ ਤੁਹਾਡੇ ਕੋਲੇ ਚਾਰਜ ਦੀ ਵੈਲਿਊ ਆ ਜਾਊਗੀ ਇੱਥੇ ਪੁੱਟ ਕਰੋਗੇ l पता है c पता है q ਕੱਢਣਾ ਇਹ ਸੀਗੇ ਸਾਡੇ ਕੁਝ ਕੁਐਸਚਨਸ LC ऑसिलेशंस ਦੇ ਉੱਤੇ ਔਰ ਇਹਦੇ ਨਾਲ ਹੀ ਅੱਜ ਦਾ ਜਿਹੜਾ ਲੈਕਚਰ ਹੈ ਉਹ ਇੰਨਾ ਹੀ ਕਰਨਾ ਸੀ ਤੇ ਆਪਣਾ ਖਤਮ ਹੋ ਗਿਆ एनर्जी stored in inductor LC oscillations and numerical based on the LC oscillation